सैनी ਦੀਆਂ ਦੋਵੇਂ ਪਟੀਸ਼ਨਾਂ ਹਾਈ ਕੋਰਟ ਨੇ ਕੀਤੀਆਂ ਰੱਦ। ਹੁਣ गिरफ्तारी ਦੀ ਉਡੀਕ। ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪੇਪਰ ਕਦੋਂ ਹੋਣਗੇ, ਜਾਣਕਾਰੀ ਦੇਵਾਂਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਪੇਪਰਾਂ ਦੇ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਸਿੱਖਸ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਪ੍ਰਾਪਰਟੀ ਜ਼ਬਤ ਹੋਏਗੀ, ਕੇਂਦਰ ਨੇ ਐਲਾਨ ਕੀਤਾ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਦੀ ਗੱਲ ਕਰਾਂਗੇ, ਜਿਹਦੇ ਵਿੱਚ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਪੂਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਹੈ। ਹਾਈ ਕੋਰਟ ਦੇ ਵਿੱਚ ਸੈਣੀ ਦੀਆਂ ਦੋ ਪਟੀਸ਼ਨਾਂ ਦੇ ਉੱਤੇ ਅੱਜ ਸੁਣਵਾਈ ਹੋਈ, ਪਰ ਦੋਵੇਂ ਹੀ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ। ਪਹਿਲੀ ਪਟੀਸ਼ਨ ਸੀ ਆਪਣਾ ਜਿਹੜਾ ਕੇਸ ਹੈ ਉਹ ਸੈਣੀ ਦੇ ਵੱਲੋਂ ਬਾਹਰਲੇ ਸੂਬੇ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ ਪਾਈ ਗਈ ਸੀ ਕਿ ਮੇਰਾ ਜਿਹੜਾ ਕੇਸ ਹੈ ਉਹ ਮੋਹਾਲੀ ਅਦਾਲਤ ਤੋਂ ਕਿਸੇ ਹੋਰ ਸੂਬੇ ਯਾਨੀ ਕਿ ਪੰਜਾਬ ਤੋਂ ਬਾਹਰ ਦੇ ਸੂਬੇ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇ, ਮੈਨੂੰ ਇੱਥੋਂ ਦੀ ਨਿਆਂ ਪ੍ਰਣਾਲੀ ਤੇ ਯਕੀਨ ਨਹੀਂ ਹੈ। ਹਾਈ ਕੋਰਟ ਨੇ ਇਸ ਅਪੀਲ ਨੂੰ ਰੱਦ ਕਰ ਦਿੱਤਾ ਹੈ। ਦੂਸਰੀ ਜਿਹੜੀ ਪਟੀਸ਼ਨ ਪਾਈ ਸੀ ਧਾਰਾ 302 ਕਤਲ ਦੇ ਮੁਕੱਦਮੇ ਦੇ ਵਿੱਚ ਸੁਮੇਧ ਸੈਣੀ ਜ਼ਮਾਨਤ ਚਾਹੁੰਦਾ ਸੀ, ਕਿਉਂਕਿ ਮੋਹਾਲੀ ਅਦਾਲਤ ਨੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸੁਮੇਧ ਸੈਣੀ ਹਾਈ ਕੋਰਟ ਪਹੁੰਚੇ ਸੀ। ਹਾਈ ਕੋਰਟ ਦੇ ਵਿੱਚ ਵੀ ਜਦੋਂ ਅਰਜ਼ੀ ਦਾਖਲ ਕੀਤੀ, ਪਹਿਲੇ ਜੱਜ ਨੇ ਤਾਂ ਸੁਣਵਾਈ ਤੋਂ ਨਾ ਕਰ ਦਿੱਤੀ ਸੀ। ਫਿਰ ਹਾਈ ਕੋਰਟ ਦੇ ਚੀਫ ਜਸਟਿਸ ਨੇ ਦੂਸਰੇ ਜੱਜ ਦੇ ਕੋਲ ਅਪੀਲ ਹੈ ਜਿਹੜੀ ਉਹ ਭੇਜੀ ਸੀ, ਐਪਲੀਕੇਸ਼ਨ ਭੇਜੀ ਸੀ। ਪਰ ਜਦੋਂ ਸੁਣਵਾਈ ਹੋਈ, ਕੱਲ ਵੀ ਸੁਣਵਾਈ ਹੋਈ ਸੀ, ਕੱਲ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ ਜ਼ਮਾਨਤ ਅਰਜ਼ੀ ਤੇ, ਪਰ ਅੱਜ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ। ਯਾਨੀ ਕਿ ਸੁਮੇਧ ਸੈਣੀ ਦੀਆਂ ਦੋਵੇਂ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਰੱਦ ਹੋ ਗਈਆਂ ਨੇ ਤੇ ਹੁਣ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਹੀ ਸਭ ਨੂੰ ਉਡੀਕ ਹੈ, ਕਿਉਂਕਿ ਸੁਮੇਧ ਸੈਣੀ ਭਗੌੜਾ ਹੋ ਚੁੱਕਿਆ ਹੈ। ਪੰਜਾਬ ਸਰਕਾਰ ਦੇ ਜਿਹੜੇ ਵਕੀਲ ਸਰਤੇਜ ਸਿੰਘ ਨਰੂਲਾ, ਉਹਨਾਂ ਨੇ ਪਟੀਸ਼ਨਾਂ ਦੋਵੇਂ ਰੱਦ ਹੋਣ ਤੋਂ ਬਾਅਦ ਮੀਡੀਆ ਦੇ ਵਿੱਚ ਬਿਆਨ ਦਿੱਤਾ ਕਿ ਇੱਕ ਡੀਜੀਪੀ ਰੈਂਕ ਤੇ ਰਹਿ ਚੁੱਕਿਆ ਅਫਸਰ ਉਹ ਇਸ ਤਰ੍ਹਾਂ ਭਗੌੜਾ ਹੋ ਜਾਵੇ, ਉਸ ਨੂੰ ਇਹ ਸ਼ੋਭਾ ਨਹੀਂ ਦਿੰਦਾ, ਕਿਉਂਕਿ ਇੱਕ ਅਜਿਹਾ ਪੁਲਿਸ ਅਫਸਰ ਜਿਹੜਾ ਸਖਤੀ ਕਰਦਾ ਸੀ, ਪੂਰੀ ਪੁਲਿਸ ਦੀਆਂ ਹਦਾਇਤਾਂ ਮੰਨਣ ਦੀ, ਲੋਕਾਂ ਤੋਂ ਪੂਰੀ ਸਖਤੀ ਦੇ ਨਾਲ ਮਨਵਾਉਂਦਾ ਸੀ, ਅੱਜ ਉਹ ਖੁਦ ਉਸ ਕਾਨੂੰਨ ਦੀ ਉਲੰਘਣਾ ਕਰ ਰਿਹਾ। ਫਿਰ ਕੀ ਹੋ ਗਿਆ ਕਿ ਜੋ ਰਿਟਾਇਰ ਹੋ ਚੁੱਕੇ ਨੇ ਪਰ ਉਹਨਾਂ ਨੂੰ ਕਾਨੂੰਨ ਦੀ ਇਸ ਤਰ੍ਹਾਂ ਦੇ ਨਾਲ ਉਲੰਘਣਾ ਹੈ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਕਿਹਾ ਹੈ ਉਹਨਾਂ ਨੇ ਕਿ ਸੁਮੇਧ ਸੈਣੀ ਨੂੰ ਆਪਣੇ ਆਪ ਆਪਣੀ ਗ੍ਰਿਫਤਾਰੀ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਿਕ। ਜੇ ਉਹ ਇੰਨੇ ਸਾਲ ਕਾਨੂੰਨ ਦੇ ਵਿੱਚ ਰਹੇ ਨੇ, ਕਾਨੂੰਨ ਦਾ ਉਹਨਾਂ ਨੂੰ ਪਤਾ ਹੈ, ਤਾਂ ਕਾਨੂੰਨ ਦੀ ਖੁਦ ਵੀ ਪਾਲਣਾ ਕਰਨੀ ਚਾਹੀਦੀ ਹੈ। ਪਰ ਸੁਮੇਧ ਸੈਣੀ ਆਪਣੀ ਜ਼ੈਡ ਸੁਰੱਖਿਆ ਛੱਡ ਕੇ ਭਗੌੜੇ ਹੋ ਚੁੱਕੇ ਨੇ, ਕਈ ਦਿਨਾਂ ਤੋਂ ਅੰਡਰਗਰਾਉਂਡ ਨੇ। ਪੰਜਾਬ ਪੁਲਿਸ ਦੇ ਲੰਬੇ ਲੰਬੇ ਹੱਥ ਨੇ ਜਿਹੜੇ ਉਹ ਨਹੀਂ ਪਹੁੰਚ ਰਹੇ ਸੁਮੇਧ ਸੈਣੀ ਤੱਕ। ਇਹ ਵੀ ਖਬਰਾਂ ਚੱਲ ਰਹੀਆਂ ਨੇ, ਚਰਚਾ ਚੱਲ ਰਹੀ ਹੈ ਕਿ ਸੁਮੇਧ ਸੈਣੀ ਦਿੱਲੀ ਦੇ ਵਿੱਚ ਹੈ, ਕਿਸੇ ਵੱਡੇ ਰਸੂਖਦਾਰ ਦੇ ਘਰ ਦੇ ਵਿੱਚ ਛੁਪਿਆ ਹੋਇਆ, ਆਪਣੇ ਪਰਿਵਾਰ ਦੇ ਸਮੇਤ ਸੁਮੇਧ ਸੈਣੀ ਲੁਕੇ ਹੋਏ ਨੇ। ਇਸੇ ਕਰਕੇ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈਗੇ ਨੇ। ਹੁਣ ਅੱਜ ਦੀ ਸੁਣਵਾਈ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਦੱਸ ਦਿੰਦੇ ਹਾਂ ਕਿ ਸੈਣੀ ਨੇ ਆਪਣੀ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਸੀ ਕਿ 29 ਸਾਲ ਪੁਰਾਣਾ ਮਾਮਲਾ ਹੈ, ਇਸ ਸੰਬੰਧੀ ਪਹਿਲਾਂ ਮੇਰੇ ਖਿਲਾਫ CBI ਨੇ ਕੇਸ ਦਰਜ ਕੀਤਾ ਸੀ, ਪਰੰਤੂ ਕੇਸ ਦੀ ਸੁਣਵਾਈ ਦੌਰਾਨ ਕੌਮੀ ਜਾਂਚ ਏਜੰਸੀ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ, ਜਿਸ ਕਰਕੇ ਸੁਪਰੀਮ ਕੋਰਟ ਨੇ ਮੈਨੂੰ ਵੱਡੀ ਰਾਹਤ ਦਿੰਦਿਆਂ ਜਿਹੜਾ ਕੇਸ ਦਰਜ ਹੋਇਆ ਸੀ ਉਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਸੈਣੀ ਨੇ ਇਲਜ਼ਾਮ ਲਾਇਆ ਕਿ ਹੁਣ ਕੈਪਟਨ ਦੀ ਸਰਕਾਰ ਹੈ ਜਿਹੜੀ ਉਸ ਦੇ ਹੁਕਮਾਂ ਦੇ ਉੱਤੇ ਪੀੜਤ ਪਰਿਵਾਰ ਦੀ ਝੂਠੀ ਸ਼ਿਕਾਇਤ ਨੂੰ ਆਧਾਰ ਬਣਾ ਕੇ 3 ਦਹਾਕੇ ਬਾਅਦ ਕੇਸ ਦਰਜ ਕਰਕੇ ਮੈਨੂੰ ਜਾਣਬੁੱਝ ਕੇ ਤੰਗ ਅਤੇ ਬਦਨਾਮ ਕੀਤਾ ਜਾ ਰਿਹਾ ਹੈ। ਕਿਹਾ ਕਿ ਮੇਰੇ ਖਿਲਾਫ ਜਿਹੜਾ ਕੇਸ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਸੁਮੇਧ ਸੈਣੀ ਨੇ ਮੁੜ ਤੋਂ ਕੈਪਟਨ ਸਾਹਿਬ ਦਾ ਨਾਮ ਹੈ ਜਿਹੜਾ ਉਹ ਲਾਇਆ, ਪਰ ਜਿਹੜੇ ਸਰਕਾਰੀ ਵਕੀਲ ਨੇ, ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਜਿਹੜੇ ਵਕੀਲ ਨੇ, ਨੌਜਵਾਨ ਵਕੀਲ ਨੇ ਪ੍ਰਦੀਪ ਸਿੰਘ ਵਿਰਕ, ਉਹਨਾਂ ਨੇ ਅਦਾਲਤ ਦੇ ਵਿੱਚ ਸੈਣੀ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਅਦਾਲਤ ਨੂੰ ਦੱਸਿਆ ਕਿ ਸੈਣੀ ਦੇ ਖਿਲਾਫ ਕਿੰਨੇ ਗੰਭੀਰ ਦੋਸ਼ ਨੇ, ਲਿਹਾਜ਼ਾ ਕਿਸੇ ਵੀ ਸੂਰਤ ਦੇ ਵਿੱਚ ਮੁਲਜ਼ਮ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਵਕੀਲ ਸਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾਵੇ, ਕਿਉਂਕਿ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਦੀ ਜਾਂਚ ਦੇ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਉਹਨਾਂ ਨੇ ਅਦਾਲਤ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਨੌਜਵਾਨ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਸੀ। ਬਲਵੰਤ ਸਿੰਘ ਮੁਲਤਾਨੀ ਦੀ 29 ਸਾਲ ਪਹਿਲਾਂ ਕਿਸ ਤਰੀਕੇ ਦੇ ਨਾਲ ਮੌਤ ਹੋਈ ਸੀ, ਸਾਡੇ ਕੋਲ ਇਸ ਸੰਬੰਧੀ ਸਾਰੇ ਜਿਹੜੇ ਪੁਖਤਾ ਸਬੂਤ ਨੇ। ਇਸ ਸਰਕਾਰ ਦੇ ਵਕੀਲ ਨੇ ਕਿਹਾ ਕਿ ਸਰਕਾਰ ਦੇ ਕੋਲ ਸਾਰੇ ਪੁਖਤਾ ਸਬੂਤ ਨੇ। ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਜਿਹੜੇ ਜੱਜ ਦੇ
ਕੋਲ ਇਹ ਅਪੀਲ ਪਹੁੰਚੀ ਸੀ ਉਹਨਾਂ ਨੇ ਮੁੱਢ ਤੋਂ ਹੀ ਰੱਦ ਕਰ ਦਿੱਤਾ ਹੈ। ਜਸਟਿਸ ਫਤਿਹਦੀਪ ਸਿੰਘ ਦੇ ਸਿੰਗਲ ਬੈਂਚ ਨੇ ਇਸ ਅਰਜ਼ੀ ਤੇ ਸੁਣਵਾਈ ਕੀਤੀ ਸੀ। ਸੋ ਸੁਮੇਧ ਸੈਣੀ ਵਾਲੇ ਕੇਸ ਦੇ ਵਿੱਚ ਜਿਹੜੇ ਦੋ ਸੁਮੇਧ ਸੈਣੀ ਦੇ ਆਪਣੇ ਹੀ ਵਫਾਦਾਰ ਜਿਨ੍ਹਾਂ ਨੂੰ ਸੁਮੇਧ ਸੈਣੀ ਮੰਨਦੇ ਸੀਗੇ ਉਹ ਦੋ ਪੁਲਿਸ ਅਧਿਕਾਰੀਆਂ ਨੇ ਖੁਦ ਵਾਅਦਾ ਮਾਫ ਗਵਾਹ ਬਣਦਿਆਂ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਨੇ ਕਿ ਕਿਸ ਤਰੀਕੇ ਦੇ ਨਾਲ ਉਸ ਵਕਤ ਬਲਵੰਤ ਸਿੰਘ ਮੁਲਤਾਨੀ ਨੂੰ ਪੁਲਿਸ ਹਿਰਾਸਤ ਦੇ ਵਿੱਚ 3rd ਡਿਗਰੀ ਟਾਰਚਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਫਿਰ ਕਿਵੇਂ ਕਾਦੀਆਂ ਥਾਣੇ ਦੇ ਵਿੱਚੋਂ ਫਰਾਰ ਹੋਣ ਦੀ FIR ਹੈ ਜਿਹੜੀ ਉਹ ਬਲਵੰਤ ਸਿੰਘ ਮੁਲਤਾਨੀ ਦੇ ਖਿਲਾਫ ਦਰਜ ਕੀਤੀ ਗਈ ਸੀ। ਕਿੰਨਾ ਸੰਤਾਪ ਭੋਗਿਆ ਹੋਏਗਾ ਉਸ ਪਰਿਵਾਰ ਨੇ 29 ਸਾਲ ਤੱਕ। ਹਾਲੇ ਵੀ ਸੁਮੇਧ ਸੈਣੀ ਇਸ ਕੇਸ ਨੂੰ ਇਹ ਸਾਰੀ ਜਿਹੜੀ ਸੱਚੀ ਤੇ ਦਰਦਨਾਕ ਕਹਾਣੀ ਕਾਂਡ ਵਾਪਰਿਆ ਹੈ ਪਰਿਵਾਰ ਦੇ ਨਾਲ ਉਸ ਨੂੰ ਝੂਠਾ ਦੱਸ ਰਹੇ ਨੇ ਸੁਮੇਧ ਸੈਣੀ ਅਤੇ ਜ਼ਮਾਨਤ ਦੀ ਮੰਗ ਕਰ ਰਹੇ ਨੇ, ਕੇਸ ਨੂੰ ਦਰਜ ਕਰਨ ਦੀ ਮੰਗ ਕਰ ਰਹੇ ਨੇ। ਪਰ ਨਿਆਂ ਕਹਿੰਦੇ ਮਿਲ ਕੇ ਹੀ ਰਹਿੰਦਾ ਹੈ, ਚਾਹੇ ਦੇਰ ਮਿਲੇ ਚਾਹੇ ਸਵੇਰ ਮਿਲੇ, ਨਿਆਂ ਮਿਲ ਹੀ ਜਾਂਦਾ ਹੈ ਜਦੋਂ ਤੁਸੀਂ ਇੰਨੇ ਪਾਪ ਕੀਤੇ ਹੋਣ। ਇੱਕ ਵੱਡੀ ਕੁਰਸੀ ਦੇ ਉੱਤੇ ਬਹਿ ਕੇ ਜਿਹੜੀ ਤੁਹਾਨੂੰ ਲੋਕਾਂ ਦੀ ਸੇਵਾ ਕਰਨ ਦੇ ਲਈ ਦਿੱਤੀ ਗਈ ਹੈ ਉਸ ਦੇ ਉੱਤੇ ਬਹਿ ਕੇ ਤੁਸੀਂ ਲੋਕਾਂ ਦਾ ਹੀ ਖੂਨ ਨਿਚੋੜਦੇ ਹੋ ਤਾਂ ਫਿਰ ਕਦੇ ਨਾ ਕਦੇ ਸਜ਼ਾ ਮਿਲਣੀ ਤਾਂ ਬਣਦੀ ਹੈ। ਤੇ ਸੁਮੇਧ ਸੈਣੀ ਦੇ ਪੂਰੇ ਮਸਲੇ ਦੇ ਉੱਤੇ ਪੰਜਾਬ ਸਰਕਾਰ ਦੇ ਮੰਤਰੀ ਨੇ ਜਿਹੜੇ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੇ ਵੀ ਬਿਆਨ ਦਿੱਤਾ ਹੈ। ਉਹਨਾਂ ਨੇ ਖੁੱਲ੍ਹ ਕੇ ਬਿਆਨ ਦਿੱਤਾ ਕਿ ਸੁਮੇਧ ਸੈਣੀ ਨੇ ਖਾੜਕੂਵਾਦ ਦੇ ਦੌਰ ਦੇ ਵਿੱਚ ਕਾਫੀ ਕੁਝ ਗਲਤ ਕੀਤਾ ਪੰਜਾਬ ਦੇ ਵਿੱਚ ਤੇ ਹੁਣ ਕਾਨੂੰਨ ਦੇ ਮੁਤਾਬਿਕ ਸੁਮੇਧ ਸੈਣੀ ਨੂੰ ਸਜ਼ਾ ਜ਼ਰੂਰ ਮਿਲੇਗੀ। ਕਿਹਾ ਇਹ ਵੀ ਸਵਾਲ ਚੁੱਕੇ ਨੇ ਕਿ ਇੰਨੀ ਸੁਰੱਖਿਆ ਦੇ ਬਾਵਜੂਦ ਸੈਣੀ ਅੰਡਰਗਰਾਉਂਡ ਕਿਵੇਂ ਹੋ ਗਿਆ। ਕਹਿੰਦੇ ਅਸੀਂ ਵੀ ਹੈਰਾਨ ਆ ਕਿ ਇੰਨੀ ਵੱਡੀ ਸੁਰੱਖਿਆ ਛਤਰੀ ਜਿਹਦੇ ਵਿੱਚ Z+ ਸੁਰੱਖਿਆ ਹੈ ਉਹਦੇ ਵਿੱਚੋਂ ਨਿਕਲ ਕੇ ਬੰਦਾ ਚਲਾ ਕਿੱਥੇ ਗਿਆ। ਕਹਿੰਦੇ ਸਾਨੂੰ ਵੀ ਦੁਨੀਆ ਪੁੱਛਦੀ ਹੈ ਪਰ ਸਾਡੇ ਕੋਲ ਕੋਈ ਜਵਾਬ ਨਹੀਂ। ਇਹ ਵੀ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਭਰੋਸਾ ਵੀ ਜਤਾਇਆ। ਕਹਿੰਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ, ਸੁਮੇਧ ਸੈਣੀ ਨੂੰ ਫੜ ਹੀ ਲੈਣਗੇ। ਉਧਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜਾ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਪੰਜਾਬ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਉਸ ਨੇ ਵੀ ਸਵਾਲ ਚੁੱਕੇ ਨੇ। ਸੇਵਾ ਸਿੰਘ ਸੇਖਵਾਂ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ, ਉਹ ਕਹਿੰਦੇ ਨੇ ਕਿ ਇੰਨੀ ਸੁਰੱਖਿਆ ਦੇ ਬਾਵਜੂਦ ਸੁਮੇਧ ਸੈਣੀ ਗਾਇਬ ਕਿਵੇਂ ਹੋ ਗਿਆ। ਉਹਨਾਂ ਨੇ ਤਾਂ ਇੱਕ ਵੱਡਾ ਜਿਹੜਾ ਇਲਜ਼ਾਮ ਲਾ ਦਿੱਤਾ ਹੈ ਕਿ ਬਾਦਲਾਂ ਨੇ ਤਾਂ ਸੁਮੇਧ ਸੈਣੀ ਨੂੰ ਵੱਡੇ ਅਹੁਦੇ ਦਿੱਤੇ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲਾਂ ਦੀ ਪੂਰੀ ਛਾਂ ਸੀਗੀ ਸੁਮੇਧ ਸੈਣੀ ਦੇ ਉੱਤੇ। ਪਰ ਹੁਣ ਤਾਂ ਬਾਦਲ ਤੇ ਕੈਪਟਨ ਸਾਹਿਬ ਜਿਹੜੇ ਇਕੱਠੇ ਨੇ ਉਹਨਾਂ ਦੇ ਆਪਸ ਦੇ ਵਿੱਚ ਪਰਿਵਾਰਕ ਸਾਂਝ ਵੀ ਹੈਗੀ ਹੈ ਤੇ ਹੁਣ ਤਾਂ ਸਾਫ਼ ਹੀ ਹੋ ਚੁੱਕਿਆ ਕਿ ਦੋਵੇਂ ਇਕੱਠੇ ਨੇ ਤੇ ਕਿਤੇ ਪੁਲਿਸ ਦੀ ਗ੍ਰਿਫਤ ਤੋਂ ਸੈਣੀ ਨੂੰ ਬਚਾਉਣ ਦੇ ਲਈ ਕਿਤੇ ਇਹਨਾਂ ਦੋਵਾਂ ਦਾ ਹੱਥ ਤਾਂ ਨਹੀਂ। ਇਹ ਸੇਵਾ ਸਿੰਘ ਸੇਖਵਾਂ ਨੇ ਇੱਕ ਵੱਡਾ ਇਲਜ਼ਾਮ ਲਾਇਆ। ਇਹਨੂੰ ਸਿਆਸਤ ਕਹਿੰਦੇ ਨੇ ਕਿ ਕਿਸੇ ਵੀ ਮੁੱਦੇ ਦੇ ਉੱਤੇ ਜਦੋਂ ਪੋਲੀਟੀਕਲ ਪਾਰਟੀਆਂ ਦੇ ਬਿਆਨ ਆਉਂਦੇ ਨੇ ਤਾਂ ਇਹ ਪੂਰੀ ਤਰ੍ਹਾਂ ਦੇ ਨਾਲ ਪੋਲਿਟਿਕਸ ਖੇਡੀ ਜਾਂਦੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪੱਕੇ ਪੇਪਰ ਆਖਿਰਕਾਰ ਕਦੋਂ ਹੋਣਗੇ। ਜਿਹੜੇ ਆਖਰੀ ਸਮੈਸਟਰ ਦੇ ਪੱਕੇ ਪੇਪਰ ਹੋਣੇ ਨੇ, ਇਹ ਸਵਾਲ ਹੈ ਜਿਹੜਾ ਉਹ ਸਭ ਦੇ ਮਨਾਂ ਦੇ ਵਿੱਚ ਹੈ। ਜਿਹੜੇ ਕਾਲਜਾਂ ਦੇ ਵਿਦਿਆਰਥੀ ਨੇ ਅਤੇ ਪ੍ਰੋਫੈਸਰ ਨੇ, ਯੂਨੀਵਰਸਿਟੀਆਂ ਦੇ ਵਿਦਿਆਰਥੀ ਨੇ ਤੇ ਪ੍ਰੋਫੈਸਰ ਨੇ, ਸਭ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੈ ਕਿ ਪੰਜਾਬ 'ਚ ਇਹ ਕਦੋਂ ਹੋਣਗੇ ਪੇਪਰ। ਸਤੰਬਰ ਦਾ ਮਹੀਨਾ ਚੱਲ ਰਿਹਾ, ਅੱਜ 8 ਸਤੰਬਰ ਹੈ। UGC ਨੇ ਖਾਸ ਤੌਰ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਨੇ ਕਿ ਸਾਰੇ ਸੂਬਿਆਂ ਦੇ ਵਿੱਚ ਸਤੰਬਰ ਦੇ ਅੰਤ ਤੱਕ ਇਹ ਪੇਪਰ ਨੇ ਜਿਹੜੇ ਉਹ ਕਰਵਾ ਲਏ ਜਾਣ, ਮੁਕੰਮਲ ਹੋ ਜਾਣੀ ਚਾਹੀਦੀ ਹੈ ਪ੍ਰੀਖਿਆ। ਸਿਰਫ ਤੇ ਸਿਰਫ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਦੇ ਪੱਕੇ ਪੇਪਰ ਹੋਣੇ ਨੇ। ਪਰ ਹਾਲੇ ਤੱਕ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਲਿਆ। ਇਸ ਸੰਬੰਧੀ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਫ਼ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪੱਕੇ ਪੇਪਰਾਂ ਦੇ ਬਾਰੇ ਕੋਈ ਫੈਸਲਾ ਲੈਣਗੇ। ਨਾਲ ਹੀ ਉਹਨਾਂ ਨੇ ਆਪਣੀ ਰਾਏ ਵੀ ਦਿੱਤੀ ਹੈ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਹਾਲੇ ਕਾਲਜ ਤੇ ਸਕੂਲ ਹੈ ਜਿਹੜੇ ਉਹ ਖੁੱਲੇ ਨਹੀਂ ਹੈਗੇ, ਤਾਂ ਇੱਥੇ ਤਾਂ ਇੰਨੀ ਮਹਾਮਾਰੀ ਫੈਲੀ ਹੋਈ ਹੈ, ਭਾਰਤ ਦੂਸਰੇ ਨੰਬਰ ਤੇ ਆ ਗਿਆ ਹੁਣ ਪੂਰੀ ਦੁਨੀਆ ਦੇ ਵਿੱਚੋਂ, ਤਾਂ ਅਜਿਹੇ ਵਿੱਚ ਕਿਵੇਂ ਕਾਲਜ ਤੇ ਯੂਨੀਵਰਸਿਟੀਆਂ ਖੁੱਲ ਸਕਦੇ ਨੇ। ਪਰ ਜੇ ਅਮਰੀਕਾ ਦੀ ਗੱਲ ਕਰ ਲਈਏ ਤਾਂ ਸਰਕਾਰ ਨੇ ਉੱਥੇ ਕਾਲਜ ਯੂਨੀਵਰਸਿਟੀਆਂ ਖੋਲਣ ਦੀ ਆਗਿਆ ਦੇ ਦਿੱਤੀ ਸੀ। ਉਸ ਤੋਂ ਬਾਅਦ ਉੱਥੇ ਵੱਡੀ ਗਿਣਤੀ ਦੇ ਵਿੱਚ ਕੇਸ ਵੀ ਸਾਹਮਣੇ ਆਏ ਸੀ। ਵਿਦਿਆਰਥੀ ਤੇ ਜਿਹੜੇ ਅਧਿਆਪਕ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਸੀਗੇ। ਸੋ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਫੈਸਲਾ ਲੈਣਗੇ। ਚਰਚਾ ਚੱਲ ਰਹੀ ਹੈ ਤੇ ਉਹ ਇਸ ਸੰਬੰਧੀ ਡੂੰਘੇ ਤੌਰ ਤੇ ਸੋਚ ਰਹੇ ਨੇ ਕਿ ਕਿਵੇਂ ਕੀਤਾ ਜਾਵੇ, ਕਿਉਂਕਿ ਮਸਲਾ ਵਿਦਿਆਰਥੀਆਂ ਦਾ ਹੈ। ਪੇਪਰਾਂ ਵੇਲੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ। ਭਾਰਤ ਸਰਕਾਰ ਦੇ ਵੱਲੋਂ ਬਕਾਇਦਾ ਤੌਰ ਤੇ, ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਵੱਲੋਂ ਬਕਾਇਦਾ ਤੌਰ ਤੇ ਪੇਪਰਾਂ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਕਿਹੜੇ ਅਨੁਸ਼ਾਸਨ ਦੇ ਵਿੱਚ ਪੇਪਰ ਕਰਵਾਉਣੇ ਨੇ, ਕੀ ਸਾਵਧਾਨੀਆਂ ਵਰਤਣੀਆਂ ਨੇ। 6 ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ, ਮਾਸਕ ਪਾਇਆ ਹੋਣਾ ਚਾਹੀਦਾ ਹੈ। ਕਲਾਸਾਂ ਦੇ ਜਿਹੜੇ ਕਮਰੇ ਹੈਗੇ ਨੇ, ਕਲਾਸਰੂਮਸ ਹੈਗੇ ਨੇ, ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸੈਨੀਟਾਈਜ਼ ਕੀਤਾ ਹੋਣਾ ਚਾਹੀਦਾ। ਸੋ ਬਹੁਤ ਸਾਰੇ
ਸਾਰੇ ਜਿਹੜੇ ਸਖਤ ਨਿਯਮ ਹੈਗੇ ਨੇ। ਸੋ ਪੰਜਾਬ ਸਰਕਾਰ ਇਹਨਾਂ ਨਿਯਮਾਂ ਦਾ ਪ੍ਰਬੰਧ ਕਰ ਪਾਉਂਦੀ ਹੈ ਸੁਖਾਲੇ ਤਰੀਕੇ ਦੇ ਨਾਲ, ਸਤੰਬਰ ਦੇ ਵਿੱਚ ਹੀ ਪੇਪਰ ਕਰਵਾ ਪਾਉਂਦੀ ਹੈ ਕਿ ਨਹੀਂ, ਹਾਲੇ ਤੱਕ ਇਸ ਤੇ ਕੋਈ ਸਾਫ਼ ਜਿਹੜਾ ਫੈਸਲਾ ਨਹੀਂ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ। ਹਾਲਾਂਕਿ ਕੇਂਦਰ ਸਰਕਾਰ ਨੇ ਜਿਹੜੇ ਹੁਣੇ ਸਤੰਬਰ ਦੇ ਲਈ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਅਨਲੌਕ 4 ਦੇ ਲਈ, ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਸੂਬਾ ਸਤੰਬਰ ਦੇ ਵਿੱਚ ਪੇਪਰ ਕਰਵਾਉਣ ਦੇ ਸਮਰੱਥ ਨਹੀਂ ਹੈਗਾ ਤਾਂ ਉਹ ਇਸ ਦੇ ਲਈ UGC ਦੇ ਨਾਲ ਸੰਪਰਕ ਕਰੇ। ਤੇ ਜਦੋਂ ਪੇਪਰਾਂ ਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਆਖਰੀ ਫੈਸਲਾ ਹੋ ਗਿਆ ਸੀ ਕਿ ਪੇਪਰ ਲਏ ਹੀ ਜਾਣਗੇ ਸਤੰਬਰ ਦੇ ਵਿੱਚ UGC ਦੇ ਕਹੇ ਦੇ ਮੁਤਾਬਿਕ, ਉਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਅਸੀਂ ਹੁਣ ਇਸ ਤੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਹੈ ਕਿ ਪੇਪਰ ਸਤੰਬਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੈ ਲਏ ਜਾਣ। ਪਰ ਜੇ ਕੋਈ ਸੂਬਾ ਨਹੀਂ ਤਿਆਰ ਹੈਗਾ ਸਤੰਬਰ ਦੇ ਵਿੱਚ ਪੇਪਰ ਕਰਵਾਉਣ ਦੇ ਲਈ ਤਾਂ ਉਹ UGC ਦੇ ਨਾਲ ਸੰਪਰਕ ਕਰੇ, ਉੱਥੇ ਅਪੀਲ ਕਰੇ, ਸੁਪਰੀਮ ਕੋਰਟ ਦੇ ਵਿੱਚ ਨਾ ਆਵੇ। ਸੋ ਪੰਜਾਬ ਨੇ ਕੀ ਕਰਨਾ ਹੈ ਇਹ ਫੈਸਲਾ ਆਉਣਾ ਹਲੇ ਬਾਕੀ ਹੈ, ਪਰ ਤੁਸੀਂ ਸਾਰੇ ਜਣੇ ਆਪਣੇ ਪੇਪਰਾਂ ਦੀ ਤਿਆਰੀ ਜ਼ਰੂਰ ਰੱਖਿਓ ਕਿਉਂਕਿ ਆਖਰੀ ਸਾਲ ਦੇ ਪੱਕੇ ਪੇਪਰ ਨੇ ਜਿਹੜੇ ਉਹ ਜ਼ਰੂਰ ਹੋਣਗੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਤੁਹਾਨੂੰ ਅਹਿਮ ਖਬਰ ਦੱਸ ਦਿੰਦੇ ਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਜਿਹੜੇ ਵਿਦਿਆਰਥੀਆਂ ਦੇ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੇ ਆਖਰੀ ਸਾਲ ਦੀਆਂ ਆਨਲਾਈਨ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਹਦਾਇਤਾਂ ਨੇ ਜਿਹੜੀਆਂ ਉਹ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਸ ਨੂੰ PU ਦੀ ਵੈਬਸਾਈਟ ਹੈ ਜਿਹੜੀ ਅਧਿਕਾਰਿਤ ਵੈਬਸਾਈਟ ਹੈ puchandigarh.ac.in, ਇਸ ਦੇ ਉੱਤੇ ਦੇਖਿਆ ਜਾ ਸਕਦਾ ਹੈ। ਤੇ ਯੂਨੀਵਰਸਿਟੀ ਨੇ ਟਵੀਟ ਰਾਹੀਂ ਡੇਟ ਸ਼ੀਟ ਜਾਰੀ ਕਰਨ ਦਾ ਐਲਾਨ ਕੀਤਾ। ਸੋ ਜਿਹੜੇ ਵੀ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਡਰ ਆਪਣੀ ਪੜ੍ਹਾਈ ਕਰ ਰਹੇ ਨੇ ਉਹ puchandigarh.ac.in ਦੇ ਉੱਤੇ ਜਾ ਕੇ ਆਪਣੀ ਡੇਟ ਸ਼ੀਟ ਦੇਖ ਸਕਦੇ ਨੇ। ਤੇ ਇਹ ਵੀ ਜ਼ਰੂਰੀ ਹੈ ਯਾਦ ਰੱਖਣਾ ਕਿ ਪੇਪਰ ਨੇ ਜਿਹੜੇ ਤੁਹਾਡੇ ਉਹ ਆਨਲਾਈਨ ਹੋਣਗੇ। ਹੁਣ ਆਨਲਾਈਨ ਕਿਸ ਤਰੀਕੇ ਦੇ ਨਾਲ ਕਰਵਾਏ ਜਾਣਗੇ ਇਹ ਵੀ ਇੱਕ ਵੱਡੀ ਚੁਣੌਤੀ ਯੂਨੀਵਰਸਿਟੀ ਪ੍ਰਬੰਧ ਦੇ ਸਾਹਮਣੇ ਵੀ ਹੋਏਗੀ ਤੇ ਵਿਦਿਆਰਥੀਆਂ ਦੇ ਸਾਹਮਣੇ ਵੀ ਹੋਏਗੀ ਕਿ ਕਿੰਨੀ ਕੁ ਜਿਹੜੀ ਹੈ ਕਾਮਯਾਬ ਰਹਿੰਦੀ ਹੈ ਇਹ ਜਿਹੜੀ ਪਾਲਿਸੀ ਹੈ ਕਿ ਆਨਲਾਈਨ ਪੇਪਰ ਨੇ ਉਹ ਲਏ ਜਾਣਗੇ, ਯਾਨੀ ਕਿ ਤੁਹਾਨੂੰ ਕਿਤੇ ਜਾਣਾ ਨਹੀਂ ਪਏਗਾ, ਆਪੋ ਆਪਣੇ ਘਰਾਂ ਦੇ ਵਿੱਚ ਬਹਿ ਕੇ ਤੁਸੀਂ ਪੇਪਰ ਦੇ ਸਕਦੇ ਆ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਹੈ ਕਿ ਸਿੱਖਸ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਹੁਣ ਉਹਨਾਂ ਦੇ ਉੱਤੇ ਭਾਰਤ ਸਰਕਾਰ ਇੱਕ ਸਖਤ ਐਕਸ਼ਨ ਲੈਣ ਜਾ ਰਹੀ ਹੈ। ਭਾਰਤ ਸਰਕਾਰ NIA ਦੀ ਸਿਫਾਰਿਸ਼ ਦੇ ਉੱਤੇ ਹੁਣ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਵੀ ਭਾਰਤ ਦੇ ਵਿੱਚ ਜਾਇਦਾਦ ਹੈ, ਸੰਪਤੀ ਹੈ, ਉਸ ਨੂੰ ਜ਼ਬਤ ਕਰੇਗੀ। ਇਸ ਦੇ ਨਾਲ ਹੀ ਹਰਦੀਪ ਸਿੰਘ ਨਿੱਜਰ ਨਾਂ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਸੰਪਤੀ ਵੀ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਹਨਾਂ ਦੀਆਂ ਜਿਹੜੀਆਂ ਸੰਪਤੀਆਂ ਨੇ ਜਾਂ ਜਾਇਦਾਦਾਂ ਨੇ ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਨੇ। ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੈ। ਅੰਮ੍ਰਿਤਸਰ ਦੇ ਖਾਨਕੋਟ ਦੇ ਵਿੱਚ 46 ਤੇ 11 ਕਨਾਲ ਅਤੇ 13.5 ਮਰਲੇ ਭੈਣੀਵਾਲ ਦੇ ਵਿੱਚ ਜ਼ਮੀਨ ਹੈ ਗੁਰਪਤਵੰਤ ਸਿੰਘ ਪੰਨੂ ਦੇ ਨਾਮ, ਅਤੇ ਹਰਦੀਪ ਸਿੰਘ ਨਿੱਜਰ ਦੇ ਨਾਮ ਜਲੰਧਰ ਜ਼ਿਲ੍ਹੇ ਦੇ ਫਿਲੌਰ ਦੇ ਵਿੱਚ 11 ਕਨਾਲ 13 ਮਰਲੇ ਜ਼ਮੀਨ ਹੈ। ਅਤੇ ਹੁਣ ਕੇਂਦਰ ਸਰਕਾਰ ਇਹਨਾਂ ਜ਼ਮੀਨਾਂ ਨੂੰ ਜ਼ਬਤ ਕਰ ਲਏਗੀ। NIA ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਇਦਾਦ ਕੁਰਕ ਕਰਨ ਦੇ ਆਦੇਸ਼ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀ ਧਾਰਾ 51A ਦੇ ਤਹਿਤ ਦਿੱਤੇ ਅਧਿਕਾਰਾਂ ਦੇ ਮੁਤਾਬਿਕ ਇਹ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।